ਅੱਜ-ਕੱਲ ਮੁੰਡੇ ਕੁੜੀਆਂ ਦੇ ਵਿੱਚ ਇੱਕ ਚੱਲਣ ਬਹੁਤ ਜ਼ਿਆਦਾ ਚੱਲਿਆ ਹੋਇਆ ਜਿਹਨੂੰ ਅਸੀਂ ਕਹਿੰਦੇ ਆ ਲਿਵ ਇਨ ਰਿਲੇਸ਼ਨਸ਼ਿਪ। ਜਦੋਂ ਇੱਕ ਲੜਕੀ ਤੇ ਇੱਕ ਲੜਕੇ ਦਾ ਵਿਆਹ ਹੁੰਦਾ ਹੈ ਤਾਂ ਉਸ ਵਿੱਚ ਜੇਕਰ ਅੱਗੇ ਚੱਲ ਕੇ ਮਤਭੇਦ ਕ੍ਰੀਏਟ ਹੁੰਦੇ ਨੇ, ਜਦੋਂ ਮਾਪਿਆਂ ਦੀ ਸਹਿਮਤੀ ਨਾਲ ਕੋਈ ਵਿਆਹ ਹੋਇਆ ਹੁੰਦਾ, ਮਤਭੇਦ ਕ੍ਰੀਏਟ ਹੋ ਜਾਣ ਮੈਰਿਜ ਦੇ ਵਿੱਚ ਅੱਗੇ ਚੱਲ ਕੇ, ਤਾਂ ਮਾਪੇ ਸੁਲ੍ਹਾ ਕਰਾ ਦਿੰਦੇ ਨੇ, ਮਾਪੇ ਦਖਲਅੰਦਾਜ਼ੀ ਕਰਦੇ ਨੇ ਕਿਉਂਕਿ ਉਹ ਰਿਸ਼ਤਾ ਉਹਨਾਂ ਨੇ ਸ਼ਾਇਦ ਕਰਵਾਇਆ ਹੁੰਦਾ। ਇਸ ਕਰਕੇ ਉਹ ਚਾਹੁੰਦੇ ਨੇ ਕਿ ਮੁੰਡੇ ਔਰ ਕੁੜੀ ਦਾ ਘਰ ਖਰਾਬ ਨਾ ਹੋਵੇ, ਉਹਨਾਂ ਦਾ ਘਰ ਵਸਦਾ ਰਹੇ। ਪਰ ਜਦੋਂ ਕੋਈ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਆਉਂਦਾ ਹੈ ਤਾਂ ਉਸ ਵਿੱਚ ਜ਼ਿੰਮੇਵਾਰੀ ਆਖਰ ਕਿਸ ਦੀ ਹੁੰਦੀ ਹੈ? ਉਸ ਵਿੱਚ ਜ਼ਿੰਮੇਵਾਰੀ ਮੁੰਡੇ ਔਰ ਕੁੜੀ ਦੀ ਹੀ ਹੁੰਦੀ ਹੈ, ਜਿਨ੍ਹਾਂ ਨੇ ਆਪਣੀ ਸੋਚ ਸਮਝ ਦੇ ਮੁਤਾਬਕ ਇੱਕ ਦੂਸਰੇ ਨੂੰ ਚੁਣਿਆ ਹੁੰਦਾ ਔਰ ਬਿਨਾਂ ਵਿਆਹ ਕੀਤਿਆਂ, ਬਿਨਾਂ ਮੈਰਿਜ ਤੋਂ ਉਹ ਦੋਵੇਂ ਇਕੱਠੇ ਰਹਿਣ ਦਾ ਫੈਸਲਾ ਕਰਦੇ ਨੇ। ਜਿਸ ਤਰ੍ਹਾਂ ਹਸਬੈਂਡ ਵਾਈਫ ਇੱਕ ਦੂਸਰੇ ਦੇ ਨਾਲ ਇਕੱਠੇ ਰਹਿੰਦੇ ਨੇ, ਉਸੇ ਤਰ੍ਹਾਂ ਇੱਕ ਮੁੰਡਾ ਇੱਕ ਕੁੜੀ ਬਿਨਾਂ ਵਿਆਹ ਕੀਤਿਆਂ ਜਦੋਂ ਇੱਕ ਦੂਸਰੇ ਦੇ ਨਾਲ ਇੱਕੋ ਛੱਤ ਦੇ ਥੱਲੇ, ਇੱਕੋ ਘਰ ਦੇ ਵਿੱਚ, ਇੱਕੋ ਫਲੈਟ ਦੇ ਵਿੱਚ ਇਕੱਠਿਆਂ ਰਹਿੰਦੇ ਨੇ ਤਾਂ ਉਸ ਟਰਮ ਨੂੰ ਅੱਜ-ਕੱਲ ਲਿਵ ਇਨ ਰਿਲੇਸ਼ਨਸ਼ਿਪ ਦਾ ਨਾਮ ਦਿੱਤਾ ਜਾਂਦਾ ਹੈ। ਔਰ ਵੱਡੇ ਸ਼ਹਿਰਾਂ ਦੇ ਵਿੱਚ ਅੱਜ-ਕੱਲ ਇਹ ਜ਼ਿਆਦਾ ਚੱਲਣ ਦੇ ਵਿੱਚ ਆਇਆ ਹੋਇਆ ਔਰ ਮੁੰਡੇ ਕੁੜੀਆਂ ਅੱਜ-ਕੱਲ ਇੱਕ ਦੂਸਰੇ ਨੂੰ ਪਰਖਣ ਦੇ ਲਈ, ਜਾਂਚਣ ਦੇ ਲਈ ਲਿਵ ਇਨ ਰਿਲੇਸ਼ਨਸ਼ਿਪ ਦਾ ਸਹਾਰਾ ਲੈਂਦੇ ਨੇ ਕਿ ਅਸੀਂ ਇੱਕ ਦੂਸਰੇ ਨੂੰ ਵੇਖਣਾ ਚਾਹੁੰਦੇ ਆ, ਇੱਕ ਦੂਸਰੇ ਦੇ ਨਾਲ ਟਾਈਮ ਸਪੈਂਡ ਕਰਨਾ ਚਾਹੁੰਦੇ ਆ, ਇੱਕ ਦੂਸਰੇ ਦੀਆਂ ਆਦਤਾਂ ਦੇ ਨਾਲ ਵਾਕਿਫ ਹੋਣਾ ਚਾਹੁੰਦੇ ਆ। ਇਸ ਲਈ ਇਹ ਲਿਵ ਇਨ ਰਿਲੇਸ਼ਨਸ਼ਿਪ ਦਾ ਚੱਲਣ ਜਿਹੜਾ ਬਹੁਤ ਜ਼ਿਆਦਾ ਚੱਲਿਆ ਹੋਇਆ ਹੈ ਔਰ ਲਿਵ ਇਨ ਰਿਲੇਸ਼ਨਸ਼ਿਪ ਦਾ ਹੀ ਇੱਕ ਬਹੁਤ ਵੱਡਾ ਮਾਮਲਾ ਜਿਹੜਾ ਹੈ ਸਾਹਮਣੇ ਆਇਆ ਹੈ। ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦਾ ਹੋਇਆ ਇੱਕ 56 ਸਾਲ ਦਾ ਸ਼ਖਸ ਜਿਸਨੇ ਆਪਣੀ ਲਿਵ ਇਨ ਪਾਰਟਨਰ ਜੋ 32 ਸਾਲ ਦੀ ਸੀ, ਜਿਸ ਦਾ ਨਾਮ ਸਰਸਵਤੀ ਹੈ, ਉਸ ਨੂੰ ਮਾਰ ਦਿੱਤਾ। ਸਿਰਫ ਮਾਰਿਆ ਹੀ ਨਹੀਂ, ਉਸ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟ ਦਿੱਤਾ। ਦਿੱਲੀ ਦਾ ਸ਼ਰਧਾ ਮਰਡਰ ਕੇਸ ਤੁਹਾਨੂੰ ਸਭ ਨੂੰ ਯਾਦ ਹੋਵੇਗਾ। ਦਿੱਲੀ ਦਾ ਸ਼ਰਧਾ ਮਰਡਰ ਕੇਸ ਇੱਕ ਵਾਰ ਫਿਰ ਤੋਂ ਅੱਖਾਂ ਦੇ ਸਾਹਮਣੇ ਆ ਜਾਂਦਾ ਜਦੋਂ ਇਹ ਮੁੰਬਈ ਦੀ ਘਟਨਾ ਸਾਹਮਣੇ ਆਉਂਦੀ ਹੈ। ਤਾਂ ਜਦੋਂ ਇਹ ਮੁੰਬਈ ਦੀ ਘਟਨਾ ਬਾਰੇ ਕੋਈ ਵੀ ਸੁਣੇਗਾ ਤਾਂ ਮੁੰਬਈ ਦੀ ਮੀਰਾ ਰੋਡ ਤੇ ਸਥਿਤ ਇੱਕ ਹਾਊਸਿੰਗ ਸੁਸਾਇਟੀ ਹੈ ਜਿਸ ਦੇ ਫਲੈਟ ਦੇ ਵਿੱਚ ਮਨੋਜ ਆਪਣੀ ਲਿਵ ਇਨ ਪਾਰਟਨਰ ਸਰਸਵਤੀ ਦੇ ਨਾਲ ਰਹਿੰਦਾ ਸੀ। ਮਨੋਜ ਸਾਨੇ ਉਸ ਦਾ ਨਾਮ ਹੈ, ਜੋ ਪਹਿਲਾਂ ਬੋਰੀਵਲੀ ਦੇ ਵਿੱਚ ਇੱਕ ਰਾਸ਼ਨ ਦੀ ਦੁਕਾਨ ਤੇ ਕੰਮ ਕਰਦਾ ਸੀ ਔਰ ਰਾਸ਼ਨ ਦੀ ਦੁਕਾਨ ਤੇ ਹੀ ਪਹਿਲੀ ਵਾਰ ਉਹ ਸਰਸਵਤੀ ਨੂੰ ਮਿਲਿਆ ਸੀ। ਸਰਸਵਤੀ ਇੱਕ ਅਨਾਥ ਮਹਿਲਾ ਹੈ ਜੋ ਕਿ ਅਨਾਥ ਆਸ਼ਰਮ ਦੇ ਵਿੱਚ ਹੀ ਪਲੀ ਹੈ ਔਰ ਉੱਥੇ ਹੀ ਰਹਿੰਦੀ ਸੀ ਔਰ ਬੋਰੀਵਲੀ ਦੇ ਉਸ ਰਾਸ਼ਨ ਸਟੋਰ ਦੇ ਉੱਤੇ ਜਦੋਂ ਉਹ ਸਮਾਨ ਲੈਣ ਦੇ ਲਈ ਜਾਇਆ ਕਰਦੀ ਸੀ ਤਾਂ ਮਨੋਜ ਉਸ ਨੂੰ ਉੱਥੇ ਮਿਲਿਆ ਔਰ ਦੋਵਾਂ ਦੇ ਵਿੱਚ ਪਿਆਰ ਹੋ ਗਿਆ ਔਰ ਦੋਵਾਂ ਨੇ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਪਰ ਮਨੋਜ ਔਰ ਸਰਸਵਤੀ ਦੇ ਵਿੱਚ ਸ਼ਾਇਦ ਕੁਝ ਇਦਾਂ ਦੇ ਮਤਭੇਦ ਕ੍ਰੀਏਟ ਹੋਏ ਕਿ ਮਨੋਜ ਨੇ ਸਰਸਵਤੀ ਨੂੰ ਮਾਰ ਦਿੱਤਾ। ਸਿਰਫ ਮਾਰਿਆ ਹੀ ਨਹੀਂ, ਜਿਸ ਨਾਲ ਦਰਖਤਾਂ ਨੂੰ ਕੱਟਿਆ ਜਾਂਦਾ ਹੈ, ਉਹ ਕਟਰ ਲੈ ਕੇ ਆਇਆ ਘਰ ਔਰ ਉਸ ਕਟਰ ਦੇ ਨਾਲ ਉਸਨੇ ਸਰਸਵਤੀ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟ ਦਿੱਤਾ। ਸ਼ਰਧਾ ਮਰਡਰ ਕੇਸ ਤੋਂ ਵੀ ਉਹ ਅਗਾਂਹ ਨਿਕਲ ਗਿਆ ਔਰ ਉਸਨੇ ਜਿਹੜੇ ਛੋਟੇ-ਛੋਟੇ ਟੁਕੜੇ ਕੀਤੇ ਸੀ ਉਸ ਨੂੰ ਪ੍ਰੈਸ਼ਰ ਕੁੱਕਰ ਦੇ ਵਿੱਚ ਪਾ ਕੇ ਉਹਨਾਂ ਟੁਕੜਿਆਂ ਨੂੰ ਉਬਾਲਿਆ, ਉਹਨਾਂ ਨੂੰ ਗਲਾਇਆ ਔਰ ਉਸ ਤੋਂ ਬਾਅਦ ਮਿਕਸੀ ਗ੍ਰਾਈਂਡਰ ਦੇ ਵਿੱਚ ਉਹਨਾਂ ਨੂੰ ਪੀਸ ਦਿੱਤਾ ਤੇ ਉਹਨਾਂ ਪੀਸੇ ਹੋਏ ਟੁਕੜਿਆਂ ਨੂੰ ਕੁੱਤਿਆਂ ਨੂੰ ਖਵਾ ਦਿੱਤਾ ਔਰ ਕੁਝ ਟੁਕੜੇ ਉਸਨੇ ਨਾਲੀ ਦੇ ਵਿੱਚ ਵਹਾ ਦਿੱਤੇ। ਆਖਰਕਾਰ ਲੋਕਾਂ ਨੂੰ ਕਿਵੇਂ ਪਤਾ ਲੱਗਾ ਕਿ ਇਹ ਮਨੋਜ ਨੇ ਐਡਾ ਵੱਡਾ ਕਾਰਾ ਕਰ ਦਿੱਤਾ। ਜਿਸ ਤਰ੍ਹਾਂ ਦਾ ਉਸਨੇ ਇਹ ਸਾਰਾ ਪਲਾਨ ਬਣਾਇਆ ਸੀ, ਉਹ ਚਾਹੁੰਦਾ ਸੀ ਕਿ ਮੈਂ ਬਚ ਨਿਕਲਾਂ, ਕਿਸੇ ਨੂੰ ਕੰਨੋਂ ਕੰਨ ਖਬਰ ਨਾ ਹੋਵੇ ਕਿ ਮੈਂ ਇੱਕ ਲੜਕੀ ਨੂੰ ਮਾਰ ਦਿੱਤਾ, ਆਪਣੀ ਲਿਵ ਇਨ ਪਾਰਟਨਰ ਨੂੰ, ਔਰ ਉਸਦੇ ਟੁਕੜਿਆਂ ਨੂੰ ਮੈਂ ਟਿਕਾਣੇ ਲਗਾ ਦਿੱਤਾ। ਇਹ ਜਿਹੜੀ ਟੈਕਨੀਕ ਹੈ ਉਸਨੇ ਸ਼ਰਧਾ ਕਤਲ ਕਾਂਡ ਤੋਂ ਹੀ ਸਿੱਖੀ ਸੀ। ਉਸਨੇ ਬਿਆਨ ਦੇ ਵਿੱਚ ਕਿਹਾ ਕਿ ਸ਼ਰਧਾ ਕਤਲ ਕੇਸ ਤੋਂ ਉਸਨੇ ਪ੍ਰੇਰਨਾ ਲਈ ਹੈ। ਕਦੇ-ਕਦੇ ਅਸੀਂ ਜਿਸ ਖਬਰ ਨੂੰ ਵੇਖਦੇ ਹਾਂ, ਸੁਣ ਕੇ ਸਾਡੇ ਰੌਂਗਟੇ ਖੜੇ ਹੋ ਜਾਂਦੇ ਨੇ, ਅਸੀਂ ਆਪਣਾ ਮਾਨਸਿਕ ਸੰਤੁਲਨ ਜਿਹੜਾ ਹੈ ਉਹਨੂੰ ਸਥਿਰ ਨਹੀਂ ਰੱਖ ਪਾਉਂਦੇ। ਇਦਾਂ ਦੀਆਂ ਖਬਰਾਂ ਹੁੰਦੀਆਂ ਨੇ, ਇਹੋ ਜਿਹੀਆਂ ਖਬਰਾਂ ਨੇ। ਪਰ ਕਈ ਲੋਕ ਹੁੰਦੇ ਨੇ ਉਹਨਾਂ ਖਬਰਾਂ ਤੋਂ ਪ੍ਰੇਰਨਾ ਲੈ ਲੈਂਦੇ ਨੇ, ਜਿਵੇਂ ਆਫਤਾਬ ਦੇ ਸ਼ਰਧਾ ਕਤਲ ਕਾਂਡ ਤੋਂ ਸਿੱਖਿਆ ਲੈ ਲਈ ਕਿ ਕਿਸ ਤਰ੍ਹਾਂ ਮਾਰਨਾ ਹੈ। हम दस दे कि यह हैवानियत नहीं तो होर की है, इंसानियत नूं शर्मसार कर देने वाली एक घटना है जिस विच इन्हां नूं इंसान कहना गलत होएगा, जुर्म होएगा जदों असी इदां दे लोकां नूं, इदां दे नौजवानां नूं, इदां दे शख्स नूं इंसान कहने आ। ये महा हैवानियत दा बहुत वड्डा सबूत है, बहुत वड्डा मुजस्मा है हैवानियत दा।
ਉਸਨੇ ਉਸ ਦੇ ਟੁਕੜਿਆਂ ਨੂੰ ਬਹਾ ਦਿੱਤਾ ਨਾਲੀ ਦੇ ਵਿੱਚ, ਕੁਝ ਨੂੰ ਗਲਾ ਸੜਾ ਕੇ ਜਾਨਵਰਾਂ ਨੂੰ ਖਵਾ ਦਿੱਤਾ ਔਰ ਆਸ-ਪਾਸ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਬਦਬੂ ਆਉਣੀ ਸ਼ੁਰੂ ਹੋ ਗਈ ਸੁਸਾਇਟੀ ਦੇ ਵਿੱਚ। ਔਰ ਮਨੋਜ ਦੇ ਫਲੈਟ ਦੇ ਬਿਲਕੁਲ ਸਾਹਮਣੇ ਇੱਕ ਨੌਜਵਾਨ ਰਹਿੰਦਾ ਸੀ, ਉਸ ਦਾ ਫਲੈਟ ਸੀ ਔਰ ਉਸ ਨੂੰ ਸ਼ੱਕ ਹੋਣਾ ਸ਼ੁਰੂ ਹੋਇਆ। ਉਸਨੇ ਜਦੋਂ ਬਦਬੂ ਨੂੰ ਬਹੁਤ ਜ਼ਿਆਦਾ ਮਹਿਸੂਸ ਕੀਤਾ ਕਿ ਇਸੇ ਫਲੈਟ 'ਚੋਂ ਬਦਬੂ ਆ ਰਹੀ ਹੈ ਤਾਂ ਉਸ ਸ਼ਖਸ ਨੇ ਬੈਲ ਵਜਾਈ, ਪਰ ਮਨੋਜ ਬਾਹਰ ਨਹੀਂ ਆਇਆ ਔਰ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਲਗਭਗ 15 ਮਿੰਟ ਉਹ ਉੱਥੇ ਖੜਾ ਰਿਹਾ ਉਸ ਦੇ ਬੂਹੇ ਦੇ ਬਾਹਰ, ਪਰ ਉਸ ਸ਼ਖਸ ਨੇ, ਮਨੋਜ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਉਸਨੇ ਹਾਊਸਿੰਗ ਸੁਸਾਇਟੀ ਦੇ ਜਿਹੜੇ ਮੈਂਬਰਸ ਹੁੰਦੇ ਨੇ ਉਹਨਾਂ ਨੂੰ ਇਤਲਾਹ ਦਿੱਤੀ, ਪੁਲਿਸ ਨੂੰ ਬੁਲਾਇਆ ਗਿਆ, ਪੁਲਿਸ ਨੇ ਦਰਵਾਜ਼ਾ ਤੋੜਿਆ, ਪੁਲਿਸ ਅੰਦਰ ਗਈ, ਪੁਲਿਸ ਨੂੰ ਅੰਦਰੋਂ ਲਾਸ਼ ਮਿਲੀ ਔਰ ਲਾਸ਼ ਦੇ ਟੁਕੜੇ ਵੀ ਮਿਲੇ, ਬਾਲਟੀਆਂ ਦੇ ਵਿੱਚ ਟੁਕੜੇ ਕਰਕੇ ਸੱਟੇ ਹੋਏ ਸੀ। ਔਰ ਸ਼ਾਮ ਨੂੰ, ਉਸ ਵੇਲੇ ਘਰ ਨਹੀਂ ਸੀ ਮਨੋਜ, ਔਰ ਸ਼ਾਮ ਨੂੰ ਜਦੋਂ ਘਰ ਆਇਆ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਔਰ ਉਸ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ। ਔਰ ਮਨੋਜ ਨੇ ਸਾਰਾ ਕਾਰਾ ਜਿਹੜਾ ਜੋ ਉਸਨੇ ਕੀਤਾ ਇਹ ਸਾਰਾ ਪੁਲਿਸ ਨੂੰ ਬਿਆਨ ਕੀਤਾ। ਲਿਵ ਇਨ ਰਿਲੇਸ਼ਨਸ਼ਿਪ ਦੀ ਇਹ ਜਿਹੜੀ ਵਿਅਥਾ ਹੈ, ਜਿਸ ਦਾ ਕਾਲਾ ਪਹਿਲੂ ਸਾਡੇ ਸਾਹਮਣੇ ਆਉਂਦਾ ਹੈ ਕਿ ਆਖਰਕਾਰ ਇਸ ਵਿੱਚ ਜ਼ਿੰਮੇਦਾਰ ਕੌਣ ਹੈ। ਮਨੋਜ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਔਰ ਕਿਹਾ ਜਾ ਰਿਹਾ ਹੈ ਕਿ ਸਖਤ ਤੋਂ ਸਖਤ ਕਾਰਵਾਈ ਹੋਵੇਗੀ। ਸਰਸਵਤੀ ਦੇ ਪਿੱਛੇ ਕੌਣ ਹੈ, ਸਰਸਵਤੀ ਦੇ ਇਨਸਾਫ ਦਿਵਾਉਣ ਦੇ ਲਈ ਕੌਣ ਕੋਰਟ ਨੂੰ ਗੁਹਾਰ ਲਗਾਏਗਾ, ਪਰ ਆਮ ਜਨਤਾ ਦਾ ਤਾਂ ਇਹੋ ਹੀ ਕਹਿਣਾ ਕਿ ਇਦਾਂ ਦੇ ਮੁਜਰਮਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਕੋਈ ਇਦਾਂ ਦਾ ਕਾਰਾ ਕਰਨ ਲੱਗਿਆਂ ਵੀ ਸੋਚੇ ਔਰ ਉਸ ਦੇ ਮਨ 'ਚ ਡਰ ਬੈਠੇ। ਪਰ ਜਿਹੜੇ ਆਪ ਐਡਾ ਵੱਡਾ ਕਾਰਾ ਕਰ ਬੈਠਦੇ ਨੇ ਕਿ ਉਹਨਾਂ ਦੇ ਮਨਾਂ ਦੇ ਵਿੱਚ 1% ਵੀ ਡਰ ਹੁੰਦਾ, ਇਹ ਸੋਚਣ ਦੀ ਜ਼ਰੂਰਤ ਹੈ। ਤੁਸੀਂ ਇਸ ਘਟਨਾ ਨੂੰ ਕਿਸ ਤਰ੍ਹਾਂ ਵੇਖਦੇ ਹੋ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ, ਤੁਸੀਂ ਕਮੈਂਟਾਂ ਦੇ ਰਾਹੀਂ ਦੱਸ ਸਕਦੇ ਹੋ। ਔਰ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube, Facebook ਔਰ Insta ਪੇਜ।